ਸਾਡੇ ਕੋਲ ਆਏ ਸੀ ਭਾਈ ਮਤੀ ਸਤੀ ਦਾਸ ਜੀ ਦੇ ਪਰਿਵਾਰ ਲੱਭਿਆ ਸੀ ਅਸੀਂ। ਭਾਈ ਮਤੀ ਦਾਸ ਜੀ ਦੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਭਾਈ ਪਰਾਗਾ ਜੀ ਹੋਏ। ਭਾਈ ਪਰਾਗਾ ਜੀ ਦੀ ਜਿਹੜੀ ਅੱਜ ਅੰਸ਼ ਵੰਸ਼ ਹੈ ਉਹ ਹੈ ਉਹਨਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਨੇ ਫਾਰਸੀ ਭਾਸ਼ਾ ਦੇ ਵਿੱਚ। ਸਿੱਖ ਰਿਸਰਚ ਬੋਰਡ ਜਾਂ ਫਿਰ ਜਿੰਨੇ ਵੀ ਦੇਖ ਲਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੇ ਵੀ ਅਦਾਰੇ ਨੇ ਜਿਹੜੇ ਇਸ ਕੰਮ ਦੇ ਉੱਪਰ ਖੋਜ ਕਾਰਜਾਂ ਦੇ ਉੱਪਰ ਕਰ ਰਹੇ ਨੇ, ਰੈਫਰੈਂਸ ਲਾਇਬ੍ਰੇਰੀ ਦਾ ਅਦਾਰਾ ਵੇਖ ਲਈਏ, ਉਹਨਾਂ ਨੂੰ ਜਦੋਂ ਹੁਕਮਨਾਮੇ ਅਸੀਂ ਭੇਜੀਏ ਤਾਂ ਉਹਨਾਂ ਕੋਲ ਹੈ ਹੀ ਨਹੀਂ ਕੋਈ ਵਿਦਵਾਨ ਜਿਹੜੇ ਉਸ ਨੂੰ ਅਥੈਂਟੀਕੇਟ ਕਰ ਸਕਣ। ਕੋਈ ਵਿਦਵਾਨ ਹੀ ਨਹੀਂ ਹੈਗੇ ਕਿ ਉਹ ਉਸ ਨੂੰ ਅਥੈਂਟੀਕੇਟ ਕਰ ਸਕਣ। ਫਿਰ ਅਸੀਂ ਕਿਸ ਮੁਤਾਬਕ ਗੱਲ ਕਰੀਏ ਵੀ ਅਥੈਂਟੀਕੇਟ ਹੈ? ਸਿੰਘ ਢੱਡਰੀਆ ਵਾਲੇ ਨੂੰ ਪ੍ਰਾਈਮ ਟਾਈਮ ਦਿੱਤਾ ਜਾਂਦਾ ਸੀ। ਵੱਡੀ ਉਮਰ ਦੇ ਸਾਧੂ ਸੰਤ ਮਹਾਤਮਾ ਸਾਈਡ ਤੇ ਬੈਠੇ ਹੁੰਦੇ ਹਨ ਤੇ ਆਪਣੀ ਸਾਰੀ ਸਿੱਖ ਕੌਮ ਇੱਕ ਸੀ, ਸਾਰੇ ਸਾਧੂ ਮਹਾਤਮਾ ਉੱਥੇ ਇਕੱਠੇ ਹੁੰਦੇ ਸਨ। ਤਾਂ ਜਿਸ ਤਰ੍ਹਾਂ ਇਹਨਾਂ ਨੂੰ ਮੌਕਾ ਮਿਲ ਰਿਹਾ, ਹੋ ਸਕਦਾ ਹੈ ਭਾਈ ਸਿਮਰ ਸਿੰਘ ਹੋਰਾਂ ਬੜੇ ਘੱਟ ਜਾਣਦੇ ਹੋਣ। 11 ਵਿਸ਼ਵ ਰਿਕਾਰਡ ਇਹਨਾਂ ਦੇ ਨਾਮ ਨੇ, 15 ਸਾਲ ਦੀ ਉਮਰ ਤੱਕ ਪਹੁੰਚਦਾ। 11 ਵਿਸ਼ਵ ਰਿਕਾਰਡ ਛੋਟੀ ਜੀ ਗੱਲ ਨਹੀਂ ਹੁੰਦੀ। ਸ਼ਾਇਦ ਉਮਰਾਂ ਬੀਤ ਜਾਂਦੀਆਂ ਨੇ, ਕਿਸੇ ਨੂੰ ਇੱਕ ਵਿਸ਼ਵ ਰਿਕਾਰਡ ਵੀ ਨਹੀਂ ਨਸੀਬ ਹੁੰਦਾ। ਤੇ ਇਹ ਤਸਵੀਰਾਂ ਨੇ ਇਹਨਾਂ ਦੇ ਪੜਦਾਦਾ ਜੀ ਦੀਆਂ, ਭਾਈ ਸਿਮਰ ਸਿੰਘ ਜੀ ਉਹਨਾਂ ਦੀਆਂ, ਲੰਡਨ ਦੇ ਏਅਰਪੋਰਟ ਤੇ ਥੋੜੀ ਜਿਹੀ ਇਹਨਾਂ ਬਾਰੇ ਹੋਰ ਡਿਟੇਲ ਆਪਾਂ ਇਹਨਾਂ ਤੋਂ ਹੀ ਜਾਣਾਂਗੇ ਕਿਉਂਕਿ ਬਹੁਤ ਹੀ ਬਿਰਧ ਅਵਸਥਾ ਦੇ ਵਿੱਚ ਨੇ। ਤੇ ਦੱਸ ਦਈਏ ਕਿ ਇਹਨਾਂ ਦੀ ਛਪਾਈ ਦਾ, ਇਹਨਾਂ ਦੀ ਪ੍ਰਿੰਟਿੰਗ ਦਾ ਸਾਰਾ ਕੰਮ ਜਿਹੜਾ ਉਹ ਨਵੇਂ ਸਿਰੇ ਤੋਂ ਹੋ ਰਿਹਾ। ਤੇ ਇਸ ਦੇ ਵਿੱਚ ਪੁਰਾਤਨ ਬਹੁਤ ਹੀ ਪੁਰਾਣੀ, ਮਤਲਬ ਇਸ ਦੇ ਵਿੱਚ ਕੀਮਤੀ ਜਿਹੜਾ ਖਜ਼ਾਨਾ ਹੈ ਇਹਨਾਂ ਦੇ ਕੋਲ। ਤੇ ਸਿਮਰ ਸਿੰਘ ਜੀ ਇਹ ਜਿਹੜੀ ਲੰਡਨ ਦੇ ਏਅਰਪੋਰਟ ਵਾਲੀ ਹੈ ਤੇ ਜਿਹੜਾ ਉਹ ਖੰਡਾ ਹੈ ਖਾਲਸਾ ਸਾਜਨਾ ਦਿਵਸ ਵਾਲਾ, ਮੈਂ ਆਪ ਜੀ ਨੂੰ ਜ਼ਿਕਰ ਕਰਦਾ ਕਿ ਜਦੋਂ ਸ਼ਹੀਦ ਪ੍ਰਿਥੀਪਾਲ ਸਿੰਘ ਹੋਰੀ ਆਪਣੀ ਯੂਕੇ ਫੇਰੀ ਤੇ ਜਾਂਦੇ ਨੇ ਤੇ ਉੱਥੇ ਜਿਹੜਾ ਅੰਮ੍ਰਿਤ ਸੰਚਾਰ ਕੀਤਾ ਉਸੇ ਖੰਡੇ ਦੇ ਥਰੂ ਕੀਤਾ, ਗੁਰੂ ਗੋਬਿੰਦ ਸਿੰਘ ਜੀ ਵੱਲੇ ਖੰਡੇ ਦੇ ਥਰੂ ਉਹ ਖੰਡਾ ਯੂਜ਼ ਕੀਤਾ ਗਿਆ ਸੀ ਅੰਮ੍ਰਿਤ ਸੰਚਾਰ ਵੇਲੇ। ਇਹ ਵੇਖੋ ਨੀਚੋਂ ਦੀ ਇੱਕ ਧਾਰ ਹੈ ਤੇ ਉੱਪਰ ਆ ਕੇ ਦੋ ਧਾਰਾਂ ਹੋ ਜਾਂਦੀਆਂ ਨੇ। ਅੱਛਾ, ਇਹ ਉੱਪਰੋਂ ਗੁਰਸਿੱਖੋ ਇਹ ਦੋ ਪਾਸਿਆਂ ਤੋਂ ਤਿੱਖੀ ਹੈ, ਇੱਥੇ ਤੱਕ ਇੰਨੀ ਲਗਭਗ 1 ਫੁੱਟ ਦੀ ਲੰਬਾਈ ਤੇ ਅੱਗੇ ਇੱਕ ਸਾਈਡ ਕਰਤੀ ਵੀ ਕਿਰਪਾਣੂ ਦੀ ਹੈ ਜਾਂ ਇਤਿਹਾਸ ਉਹਦਾ ਹੈ। ਲੋਕ ਸੰਗਤ ਪੁੱਛਦੇ ਆਥੈਂਟੀਕੇਸ਼ਨ ਕੀ ਹੈ। ਆਥੈਂਟੀਕੇਸ਼ਨ ਦੇ ਲਈ ਅਸੀਂ ਪੁਰਾਤਨ ਸਰੋਤ ਦਿੰਦੇ ਹਾਂ ਸੰਗਤ ਨੂੰ। ਮੈਂ ਬੇਨਤੀ ਕਰਾਂਗਾ, ਸਾਡੇ ਪੁਰਾਤਨ ਸਰੋਤਾਂ ਦੇ ਉੱਪਰ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਹੈ। ਉਹ ਕਿਸ ਮੁਤਾਬਕ ਕੀਤਾ ਜਾ ਰਿਹਾ ਹੈ ਕਿ ਜਿੰਨੇ ਵੀ ਇਤਿਹਾਸ ਦੇ ਸਰੋਤ ਨੇ ਉਹ ਪ੍ਰੀਜ਼ਰਵਡ ਨਹੀਂ ਨੇ, ਡਿਜੀਟਲਾਈਜ਼ਡ ਪ੍ਰੋਪਰ ਤੌਰ ਤੇ ਨਹੀਂ ਹਨ। ਜੇਕਰ ਮੈਂ ਗੱਲ ਕਰਾਂ, ਅੱਜ ਬਹੁਤ ਵੱਡਾ ਮੁੱਦਾ ਉੱਠਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਛੇੜਛਾੜ ਦਾ, ਤੇ ਜਿਨ੍ਹਾਂ ਨੇ ਕੀਤੀ ਉਹ ਕਹਿੰਦੇ ਜੀ ਸਾਨੂੰ ਪੁਰਾਤਨ ਬੀੜਾਂ ਹੀ ਨਹੀਂ ਮਿਲਦੀਆਂ, ਜਦ ਕਿ ਪੁਰਾਤਨ ਬੀੜਾਂ ਜੇਕਰ ਮੈਂ ਗੱਲ ਕਰਾਂ ਗੁਜਰਾਤ ਦੇ ਵਿੱਚ, ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ, ਦਿੱਲੀ ਤੋਂ ਬਾਹਰ ਜੇਕਰ ਮੈਂ ਗੱਲ ਕਰਾਂ, ਹਜ਼ਾਰਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਸੋਨੇ ਦੀ ਮੀਨਾਕਾਰੀ ਵਾਲੀਆਂ ਹੱਥ ਲਿਖਤ ਬਹੁਤ ਖੂਬਸੂਰਤ ਬੀੜਾਂ ਨੇ ਜਿਹੜੀਆਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਆ, ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਆ। ਜਿਹੜੀਆਂ ਉਹ ਬੀੜਾਂ ਮਿਲਦੀਆਂ ਨੇ ਉਹ ਮਤਲਬ ਬਹੁਤ ਖਰਾਬ ਅਵਸਥਾ ਦੇ ਵਿੱਚ ਨੇ। ਕਹਿਣ ਤੋਂ ਭਾਵ ਕਿ ਉਹ ਪ੍ਰੀਜ਼ਰਵਡ ਨਹੀਂ ਨੇ। ਉਸ ਕਰਕੇ ਉਹ ਜਿਹੜੀਆਂ ਨੇ ਹੌਲੀ ਕਰਕੇ ਰਿਸੋਰਸਿਸ ਜਾਂ ਫਿਰ ਸਮੇਂ ਦੀ ਹੋਣ ਕਾਰਨ, ਘਾਟ ਹੋਣ ਕਾਰਨ, ਸਮੇਂ ਦੀ ਮਾਰ ਪੈਣ ਕਾਰਨ ਉਹ ਖਰਾਬ ਹੁੰਦੀਆਂ ਜਾ ਰਹੀਆਂ ਨੇ। ਤੇ ਜਦੋਂ ਮੈਂ ਗੱਲ ਕਹਾਂ ਕਿ ਜਦੋਂ ਸਾਡੇ ਆਉਣ ਵਾਲੀ ਪੀੜ੍ਹੀ ਜਵਾਬ ਮੰਗੇਗੀ ਤੇ ਅੱਜ ਅਸੀਂ ਕੀ ਮੂੰਹ ਦਿਖਾਉਣ ਜੋਗੇ ਹੋਵਾਂਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜਾਂ, ਬਾਕੀ ਇਤਿਹਾਸ ਦੇ ਸਰੋਤਾਂ ਛੱਡੋ, ਗੁਰੂ ਗ੍ਰੰਥ ਸਾਹਿਬ ਜੀ ਦੀ ਐਡੀਆਂ ਬੀੜਾਂ ਸਾਡੇ ਕੋਲ ਮੌਜੂਦ ਸੀ। ਅੱਜ ਅਸੀਂ ਬੇਅਦਬੀ ਤੇ ਤਾਂ ਸਵਾਲ ਚੁੱਕਦੇ ਹਾਂ, ਲੇਕਿਨ ਐਡੀਆਂ ਬੀੜਾਂ ਜਿਹੜੀਆਂ ਪ੍ਰੀਜ਼ਰਵ ਹੋਣ ਵਾਲੀਆਂ ਪਈਆਂ। ਭਾਈ ਸਿਮਰ ਸਿੰਘ ਜੀ, ਜਿੰਨੀ ਤੁਸੀਂ ਹੁਣ ਤੱਕ ਖੋਜ ਕਰ ਚੁੱਕੇ ਹੋ ਸਿੱਖ ਇਤਿਹਾਸ ਦੇ ਸੰਬੰਧ ਦੇ ਵਿੱਚ, ਬਹੁਤ ਹੀ ਮਾਇਨੇ ਰੱਖਦੀ ਹੈ, ਬਹੁਤ ਹੀ ਡੂੰਘੇ ਅਰਥ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਮਹਾਨ ਸੰਸਥਾ ਹੈ ਤੇ ਇਸੇ ਤਰ੍ਹਾਂ ਦਿੱਲੀ ਸੁੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਹੋਰ ਵੀ ਕਮੇਟੀਆਂ ਅੱਗੇ ਨਵੀਆਂ ਬਣ ਰਹੀਆਂ ਨੇ, ਪਰ ਜੇ ਆਪਾਂ ਸਿੱਖ ਕੌਮ ਦੀ ਗੱਲ ਕਰੀਏ ਜਿਹੜੇ ਅਗਵਾਈ ਕਰ ਰਹੀ ਹੈ ਤਾਂ SGPC ਅੰਮ੍ਰਿਤਸਰ ਹੈ, ਦਿੱਲੀ ਵੀ ਆ ਗਈ। ਤਾਂ ਅੱਜ ਜਿਸ ਤਰ੍ਹਾਂ ਤੁਸੀਂ ਇਤਿਹਾਸ ਬਾਰੇ ਇਕੱਲੇ ਤੱਥਾਂ ਜਿੰਨੀ ਦੇਰ ਸਬੂਤ ਨਹੀਂ ਤੁਹਾਨੂੰ ਮਿਲਦੇ ਉਨਾ ਚਿਰ ਤੁਸੀਂ ਬੁੱਕ ਨਹੀਂ ਲਿਖ ਰਹੇ। ਜਿਹੜੀ ਤੁਹਾਨੂੰ ਸਬੂਤ ਮਿਲ ਜਾਂਦੇ ਨੇ ਤੁਸੀਂ ਉਹਦੇ 'ਤੇ ਹੀ ਗੱਲ ਕਰਦੇ ਹੋ। ਫਿਰ ਸਿੱਖ ਕੌਮ ਨੂੰ ਕਹਿ ਲਈਏ SGPC ਹੋਵੇ ਜਾਂ ਦਿੱਲੀ ਕਮੇਟੀ ਹੋਵੇ, ਉਹਨਾਂ ਨੂੰ ਹੋਰ ਅਦਾਰਿਆਂ ਨੂੰ ਵੀ ਤੁਹਾਡੀ ਲੋੜ ਹੋਵੇਗੀ। ਤੁਸੀਂ ਇਹਨਾਂ ਨਾਲ ਕਿਉਂ ਨਹੀਂ ਜੁੜਦੇ? ਖੈਰ ਮੈਨੂੰ ਲੱਗਦਾ ਕਿ ਜਿਹੜੀ ਕੁਝ ਸੰਸਥਾਵਾਂ ਦਾ, ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ, ਤੁਸੀਂ ਗੱਲ ਕਹੀ ਕਿ ਮੈਂ ਹਜੇ ਤੱਕ ਕਿਸੇ ਇਤਿਹਾਸਕ ਸਰੋਤਾਂ ਦੇ ਉੱਪਰ, ਮੈਨੂੰ ਇੱਕ ਗੱਲ ਬੜੀ ਛਿਣਕਦੀ ਹੈ ਕਿ ਜਿਹੜੇ ਸਾਡੇ ਇਤਿਹਾਸਕਾਰ ਨੇ ਉਹ ਮੈਨੂੰ ਕਹਿੰਦੇ ਨੇ ਕਿ ਅਸੀਂ ਇਤਿਹਾਸਕ ਸਰੋਤਾਂ ਦਾ ਹਵਾਲਾ ਲਓ। ਜਦ ਕਈ ਇਤਿਹਾਸਕ ਸਰੋਤ ਨੇ ਜਿਹੜੇ ਕੁਝ ਇਤਿਹਾਸਕਾਰ ਸਿਰਫ ਆਪਣੀ ਲਾਇਬ੍ਰੇਰੀਆਂ ਦੇ ਵਿੱਚ ਬੰਦ ਕਰਕੇ ਰੱਖੇ ਨੇ, ਕੌਮ ਨੂੰ ਦਿੰਦੇ ਨਹੀਂ। ਜਦੋਂ ਅਸੀਂ ਸਵਾਲ ਕਰਦੇ ਹਾਂ ਆਪਣੇ ਬੇਸ 'ਤੇ ਵੀ ਇਸ ਇਤਿਹਾਸਕ ਕਿਤਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਮਿਲ ਰਿਹਾ, ਹੁਣ ਤੁਸੀਂ ਜਵਾਬ ਦਿਓ, ਫਿਰ ਉਹ ਸਾਡੇ ਅਗੇਂਸਟ ਹੋ ਜਾਂਦੇ ਨੇ।
ਖੈਰ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇੱਕ ਹੋ ਕੇ ਚੱਲਣਾ ਚਾਹੀਦਾ ਹੈ। ਲੇਕਿਨ ਹੁਣ ਜਿਹੜਾ ਤੁਸੀਂ ਇੱਕ ਬਹੁਤ ਵੱਡਾ ਸਵਾਲ ਕੀਤਾ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ DSG MC SGPC ਹੈ, ਉਹਨੂੰ ਇਤਿਹਾਸ ਕਰਨ ਦੀ ਲੋੜ, ਮੈਨੂੰ ਲੱਗਦਾ ਇਤਿਹਾਸ ਕਰਨ ਦੀ ਜ਼ਰੂਰਤ ਹੈ। ਕਿਉਂਕਿ ਪਿੱਛੇ ਹੀ ਸਾਡੇ ਕੋਲ ਆਏ ਸੀ ਭਾਈ ਮਤੀ ਸਤੀ ਦਾਸ ਜੀ ਦੇ ਪਰਿਵਾਰ ਲੱਭਿਆ ਸੀ ਅਸੀਂ। ਭਾਈ ਮਤੀ ਦਾਸ ਜੀ ਦੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਭਾਈ ਪਰਾਗਾ ਜੀ ਹੋਏ, ਭਾਈ ਪਰਾਗਾ ਜੀ ਦੀ ਜਿਹੜੀ ਅੱਜ ਅੰਸ਼ ਵੰਸ਼ ਹੈ ਉਹ ਹੈ, ਉਹਨਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਨੇ ਫਾਰਸੀ ਭਾਸ਼ਾ ਦੇ ਵਿੱਚ। ਸਿੱਖ ਰਿਸਰਚ ਬੋਰਡ ਜਾਂ ਫਿਰ ਜਿੰਨੇ ਵੀ ਦੇਖ ਲਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੇ ਵੀ ਅਦਾਰੇ ਨੇ ਜਿਹੜੇ ਇਸ ਕੰਮ ਦੇ ਉੱਪਰ ਖੋਜ ਕਾਰਜਾਂ ਦੇ ਉੱਪਰ ਕਰ ਰਹੇ ਨੇ, ਰੈਫਰੈਂਸ ਲਾਇਬ੍ਰੇਰੀ ਦਾ ਅਦਾਰਾ ਵੇਖ ਲਈਏ, ਉਹਨਾਂ ਨੂੰ ਜਦੋਂ ਹੁਕਮਨਾਮੇ ਅਸੀਂ ਭੇਜੀਏ ਤਾਂ ਉਹਨਾਂ ਕੋਲ ਹੈ ਹੀ ਨਹੀਂ ਕੋਈ ਵਿਦਵਾਨ ਜਿਹੜੇ ਉਸ ਨੂੰ ਅਥੈਂਟੀਕੇਟ ਕਰ ਸਕਣ। ਕੋਈ ਵਿਦਵਾਨ ਹੀ ਨਹੀਂ ਹੈਗੇ ਕਿ ਉਹ ਉਸ ਨੂੰ ਅਥੈਂਟੀਕੇਟ ਕਰ ਸਕਣ। ਫਿਰ ਅਸੀਂ ਕਿਸ ਮੁਤਾਬਕ ਗੱਲ ਕਰੀਏ ਵੀ ਅਥੈਂਟੀਕੇਟ ਹੈ ਜਾਂ ਨਹੀਂ ਹੈ? ਜੇ ਸਾਡੀ ਸਰਮੌਰ ਜਥੇਬੰਦੀਆਂ ਕੋਲ ਇਤਿਹਾਸਕਾਰ ਨਹੀਂ ਹੈ ਜਿਹੜੇ ਉਸ ਨੂੰ ਪ੍ਰਮਾਣਿਤ ਕਰਨ ਚੀਜ਼ਾਂ ਨੂੰ। ਮਤਲਬ ਜੇ ਵੇਖੀਏ, ਜੇ ਬਿਨਾਂ ਪ੍ਰਮਾਣ ਤੋਂ ਬਿਨਾਂ ਸਬੂਤ ਤੋਂ ਕਿਸੇ ਗੱਲ ਨੂੰ ਕਰਨਾ ਉਚਿਤ ਨਹੀਂ ਹੈਗਾ ਅਜੋਕੇ ਸਮੇਂ 'ਚ ਖਾਸ ਕਰਕੇ। ਤੇ ਤੁਹਾਡੇ ਜਵਾਬ ਮੈਂ ਤੁਹਾਨੂੰ ਬੇਨਤੀ ਕਰੀ ਸੀ ਵੀ SGPC ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਤੁਸੀਂ ਕਿਸੇ ਨਾਲ ਤੁਹਾਨੂੰ ਜੁੜਨਾ ਚਾਹੀਦਾ। ਤੇ ਇਸ ਤਰ੍ਹਾਂ ਲੱਗਦਾ ਜਿਵੇਂ ਸ਼ਾਇਦ ਤੁਸੀਂ ਇਦਾਂ ਡਰ ਰਹੇ ਹੋ ਵੀ ਕਿਤੇ ਰਾਜਨੀਤੀ ਨਾ ਭਾਰੂ ਹੋ ਜਾਏ। ਤੁਹਾਡੇ ਜਵਾਬ ਕੁਝ ਇਦਾਂ ਦੇ ਲੱਗ ਰਹੇ ਨੇ, ਤੁਹਾਡੀ ਬੋਡੀ ਲੈਂਗੁਏਜ ਜਿਹੜੀ ਹੈ। ਪਰ ਜੀ ਹੁਣ ਤੁਸੀਂ ਕਿਹਾ ਕਿ ਰਾਜਨੀਤੀ, ਕਿਉਂਕਿ ਇੱਕ ਇਤਿਹਾਸਕਾਰ ਦਾ ਕੰਮ ਹੁੰਦਾ ਇਤਿਹਾਸ ਤੇ ਕੰਮ ਕਰਨਾ, ਉਹਦੇ ਵਿੱਚ ਇਸ ਵਕਤ ਮੌਜੂਦਾ ਜਿਹੜੀ ਸਿੱਖ ਰਾਜਨੀਤੀ ਚੱਲ ਰਹੀ ਹੈ ਉਸ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਮੇਰੇ ਮੁਤਾਬਕ ਇੱਕ ਇਤਿਹਾਸਕਾਰ ਨੂੰ। ਕਿਉਂਕਿ ਜੇ ਇੱਕ ਇਤਿਹਾਸਕਾਰ ਸਿੱਖ ਰਾਜਨੀਤੀ ਦਾ ਹਿੱਸਾ ਬਣ ਗਿਆ ਫਿਰ ਉਹਦਾ ਇਤਿਹਾਸ ਦੇ ਵਿੱਚੋਂ ਪੱਖ ਹੌਲੀ ਹੌਲੀ ਟੁੱਟ ਕੇ ਰਾਜਨੀਤੀ 'ਚ ਪੈ ਜਾਣਾ ਚਾਹੀਦਾ। ਤੇ ਜਿਹੜਾ ਇੱਕ ਸਾਡਾ ਏਮ ਹੈ ਨਾ ਉਸ ਏਮ ਤੇ ਸੀਮਤ ਰਹਿਣਾ ਚਾਹੀਦਾ। ਤੇ ਮੇਰਾ ਏਮ ਇੱਕ ਇਤਿਹਾਸ ਹੈ ਤੇ ਮੈਂ ਇਤਿਹਾਸ ਤੱਕ ਹੀ ਸੀਮਤ ਰਹਿਣਾ ਚਾਹਾਂਗਾ। ਤੇ ਜੇਕਰ ਮੈਂ ਗੱਲ ਕਰਾਂ SGPC ਜਾਂ DSG MC ਵਰਗੀ ਸੰਸਥਾਵਾਂ ਜੇ ਕੁਝ ਉਪਰਾਲਾ ਕਰਦੀਆਂ ਨੇ ਕਿ ਇਤਿਹਾਸਕਾਰ ਜਾਂ ਨੌਜਵਾਨ ਪੀੜ੍ਹੀ ਦੇ ਕੁਝ ਸਿੱਖ ਇਤਿਹਾਸਕਾਰਾਂ ਨੂੰ ਆਪਣੇ ਵਿੱਚ ਜੋੜ ਕੇ ਇਹੋ ਜਿਹੇ ਕੁਝ ਉਪਰਾਲੇ ਆਰੰਭਦੀ ਨੇ ਤੇ ਅਸੀਂ ਜ਼ਰੂਰ ਇਹਦੇ ਵਿੱਚ ਨਿਸ਼ਕਾਮ ਤੌਰ ਦੇ ਉੱਪਰ ਇਹਨਾਂ ਦੇ ਨਾਲ ਚੱਲਣ ਲਈ ਤਿਆਰ ਹਾਂ। ਹੁਣ DSG MC ਵੱਲੋਂ ਸਿੱਖ ਰਿਸਰਚ ਬੋਰਡ ਬਣਾਇਆ ਗਿਆ। ਸਿੱਖ ਰਿਸਰਚ ਬੋਰਡ ਦੇ ਵਿੱਚ ਮੈਨੂੰ ਵੀ ਬੇਨਤੀ ਕੀਤੀ ਗਈ ਕਿ ਤੁਸੀਂ ਇਸ ਦੀ ਕਮਾਨ ਸੰਭਾਲੋ ਤੇ ਮੈਂ ਉਹਨਾਂ ਨੂੰ ਕਿਹਾ ਵੀ ਠੀਕ ਹੈ, ਜਦ ਤੱਕ ਰਾਜਨੀਤੀ ਜਾਂ ਫਿਰ ਇੰਟਰਫੇਰੈਂਸ ਨਹੀਂ ਹੋਏਗੀ ਤੇ ਅਸੀਂ ਸਿੱਖ ਰਿਸਰਚ ਬੋਰਡ ਵੱਲੋਂ ਸਿੱਖ ਕੌਮ ਦੀ ਜਿੰਨੀ ਵੀ ਆਪਣੇ ਐਂਡ ਮੂਮੈਂਟ ਤੱਕ ਸੇਵਾ ਕਰ ਸਕਦੇ ਹਾਂ ਉਹ ਕਰਾਂਗੇ। ਨਹੀਂ, ਤੁਸੀਂ ਕਹਿੰਦੇ ਹੋ ਜਿੰਨਾ ਚਿਰ ਰਾਜਨੀਤੀ ਤੁਹਾਡਾ ਇਹ ਕੰਮ, ਤੁਸੀਂ ਇਹ ਕਹਿ ਰਹੇ ਹੋ ਵੀ ਰਾਜਨੀਤੀ ਤੁਹਾਡੇ ਆਲੇ ਦੁਆਲੇ ਨਾ ਹੋਵੇ ਕਿ ਇਤਿਹਾਸਕਾਰ ਜਦੋਂ ਖੋਜ ਕਰ ਰਿਹਾ ਹੈ। ਸਿੱਖ ਧਰਮ ਦੇ ਵਿੱਚ ਜੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਉੱਥੇ ਜਥੇਦਾਰ ਨੇ ਜਾਂ ਬੁਲਾਰੇ ਨੇ, ਜਦੋਂ ਵੀ ਉਹ ਕਹਿੰਦੇ ਨੇ ਉਹ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰਦੇ ਨੇ, ਰਾਜਨੀਤੀ ਤੇ ਧਰਮ ਦੋਨੇ ਚੀਜ਼ਾਂ ਦਾ ਪੱਖ ਰੱਖਦੇ ਨੇ। ਜੇਕਰ ਤੁਹਾਡੇ ਵਰਗੇ ਜਿਹੜੇ ਖੋਜ ਕਾਰਜ ਸਬੂਤਾਂ ਸਮੇਤ ਤੁਸੀਂ ਹਰ ਚੀਜ਼ ਨੂੰ ਸਾਹਮਣੇ ਲਿਆ ਰਹੇ ਹੋ, ਜਿੰਨਾ ਚਿਰ ਤੁਹਾਨੂੰ ਉਹ ਮਿਲਦੇ ਨਹੀਂ ਤੁਸੀਂ ਉਹ ਅੱਗੇ ਸਾਹਮਣੇ ਕੋਈ ਚੀਜ਼ ਲਿਆ ਨਹੀਂ ਰਹੇ, ਬਚਦੇ ਬਹੁਤ ਹੋ। ਇੱਕ ਤੁਹਾਨੂੰ ਉਦਾਹਰਨ ਤੁਹਾਡੇ ਸਾਹਮਣੇ, ਸਾਡੇ ਦੇਸ਼ ਵਿਦੇਸ਼ ਵਿੱਚ ਦਰਸ਼ਕ ਜਿਹੜੇ ਵੇਖ ਰਹੇ ਨੇ, ਇੱਕ ਤੁਹਾਡੇ ਸਾਹਮਣੇ ਆਪਣੇ ਉਦਾਹਰਨ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਸਾਰੇ ਸਤਿਕਾਰਯੋਗ ਨੇ, ਚਾਹੇ SGPC ਹੈ ਜਾਂ ਹੋਰ ਅਦਾਰੇ ਨੇ ਜਾਂ ਸਾਧੂ ਸੰਤ ਮਹਾਤਮਾ ਨੇ। ਇੱਕ ਵਕਤ ਸੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਦੋਂ ਉਹ ਦੀਵਾਨ ਆਪਣਾ ਲਾਉਂਦੇ ਸਨ, ਉਹ ਤੁਹਾਡੇ ਵਰਗੀ ਉਮਰ ਸੀ। ਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਉਹਨਾਂ ਦੀ ਜ਼ਿੰਦਗੀ ਦਾ ਤੀਜਾ ਦੀਵਾਨ ਦੀ ਫੋਟੋਗ੍ਰਾਫੀ ਵੀ ਮੈਂ ਕਰੀ ਸੀ। ਤਾਂ ਉਸ ਟਾਈਮ ਜਿਸ ਤਰ੍ਹਾਂ ਉਹ ਆਪਣੇ ਇਤਿਹਾਸ ਸੁਣਿਆ ਸੀ ਜਾਂ ਪੜ੍ਹਦੇ ਜਾ ਰਹੇ ਸਨ ਉਸ ਤਰ੍ਹਾਂ ਉਹ ਬੋਲਦੇ ਜਾ ਰਹੇ ਸਨ। ਕੁਝ ਸਮਾਂ ਆਇਆ, ਉਹਨਾਂ ਨੂੰ ਲੱਗਾ ਕਿ ਕੁਝ ਉਹ ਬਦਲਾਅ ਦੇ ਵਿੱਚ ਆਉਣ ਲੱਗੇ, ਉਹਨਾਂ ਦੇ ਵਿਚਾਰ ਜਿਹੜੇ ਸਨ ਉਹ ਹੋਰ ਤਰ੍ਹਾਂ ਪ੍ਰਗਟ ਕਰਨ ਲੱਗੇ। ਤਾਂ ਜਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਜਿਹੜੇ ਕਹਿ ਲਈਏ ਸਿੱਖ ਸੰਗਤਾਂ ਨੇ, ਜਿੰਨੀ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਪਹਿਲਾਂ ਵੀ ਸਨ ਅੱਜ ਵੀ ਨੇ, ਉਹਨਾਂ ਦਾ ਕੋਈ ਕਸੂਰ ਨਹੀਂ। ਭਾਈ ਰਣਜੀਤ ਸਿੰਘ ਰੀ ਆਪਣੇ ਗੁਰੂ ਘਰ ਦੇ ਵਿੱਚ ਉੱਥੇ ਆਪਣੀ ਜਗ੍ਹਾ ਦੇ ਉੱਪਰ ਉਹ ਬੈਠ ਗਏ ਨੇ, ਉੱਥੋਂ ਆਪਣੇ ਚੈਨਲਾਂ ਤੋਂ ਲਾਈਵ ਹੋ ਜਾਂਦੇ ਨੇ। ਕੁਛ ਉਹ ਜਥੇਬੰਦੀਆਂ ਨੇ ਜਿਹੜੀਆਂ ਆਪਣੇ ਢੰਗ ਨਾਲ ਲਾਈਵ ਹੋ ਜਾਂਦੀਆਂ ਨੇ। ਜਿਸ ਵਕਤ ਉਹਨਾਂ ਨੂੰ ਪ੍ਰਾਈਮ ਟਾਈਮ ਦਿੱਤਾ ਜਾਂਦਾ ਸੀ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਪ੍ਰਾਈਮ ਟਾਈਮ ਦਿੱਤਾ ਜਾਂਦਾ ਸੀ, ਵੱਡੀ ਉਮਰ ਦੇ ਸਾਧੂ ਸੰਤ ਮਹਾਤਮਾ ਸਾਈਡ ਤੇ ਬੈਠੇ ਹੁੰਦੇ ਹਨ ਤੇ ਆਪਣੀ ਸਾਰੀ ਸਿੱਖ ਕੌਮ ਇੱਕ ਸੀ, ਸਾਰੇ ਸਾਧੂ ਮਹਾਤਮਾ ਉੱਥੇ ਇਕੱਠੇ ਹੁੰਦੇ ਸਨ। ਤਾਂ ਜਿਸ ਤਰ੍ਹਾਂ ਇਹਨਾਂ ਨੂੰ ਮੌਕਾ ਮਿਲਿਆ ਸੀ ਤਾਂ ਇਹਨਾਂ ਨੂੰ ਉਸ ਵਕਤ ਦੀ ਨਿਜਾਕਤ ਨੂੰ ਸਮਝ ਲੈਂਦੇ, ਉਸ ਹਿਸਾਬ ਨਾਲ ਆਪਣੇ ਹਿਸਾਬ ਨਾਲ ਹੌਲੀ ਹੌਲੀ ਹੁੰਦਾ ਨਾ, ਜੇ ਆਪਾਂ ਨੂੰ ਲੱਗਦਾ ਕੁਛ ਇੱਥੇ ਕੋਈ ਚੀਜ਼ ਠੀਕ ਨਹੀਂ ਹੈਗੀ ਤਾਂ ਆਪਾਂ ਆਪਣੇ ਵਿਚਾਰ ਦੂਜੇ ਦੇ ਸਾਹਮਣੇ ਰੱਖਾਂਗੇ, ਫੇਰ ਹੀ ਇਸ ਤਰ੍ਹਾਂ ਗੱਲ ਬਣਦੀ ਹੈ। ਤੇ ਅੱਜ ਉਹ ਇੱਕ ਸਾਈਡ ਤੇ ਬੈਠੇ ਨੇ, ਸੰਗਤ ਦਾ ਤਾਂ ਕੋਈ ਕਸੂਰ ਨਹੀਂ ਨਾ, ਚਾਹੇ ਉਹ ਪੰਜਾਬ ਦੀ ਹੈ, ਭਾਰਤ ਦੀ ਹੈ ਜਾਂ ਵਿਦੇਸ਼ਾਂ ਦੀ ਹੈ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਜਿਹੜੇ ਉਹਨਾਂ ਨੂੰ ਦੀਵਾਨ ਸੁਣਨੇ ਨਹੀਂ ਮਿਲਦੇ। ਤੇ ਦੂਜੇ ਪਾਸੇ ਆਪਾਂ ਦੂਜੀਆਂ ਕਮੇਟੀਆਂ ਦੀ ਗੱਲ ਕਰ ਲੈਂਦੇ ਹਾਂ, ਉਹਨਾਂ ਦੇ ਵਿੱਚ ਇੱਕ ਜੋਸ਼ ਜਜ਼ਬੇ ਦੀ ਗੱਲ ਕਰਦਾ, ਇੱਕ ਕਹਿ ਲਈਏ ਕੁਛ ਕਹਿੰਦੇ ਨੇ ਵੀ ਇਹ ਗਰਮ ਬੋਲਦਾ ਜੀ,
ਇੱਕ ਕਹਿੰਦੇ ਨੇ ਸ਼ਾਂਤ ਬੋਲਦਾ ਹੈ। ਸੁਮੇਲ ਤਾਂ ਸਾਰੀਆਂ ਚੀਜ਼ਾਂ ਦੀ ਹੋਣਾ ਚਾਹੀਦਾ ਨਾ। ਤੁਸੀਂ ਤੇ ਗੁਰਬਾਣੀ ਬਾਰੇ ਵੀ ਜਾਣਦੇ ਹੋ ਵੀ ਇੱਕ ਦਰਖਤ ਦੀ ਜਿਵੇਂ ਉਦਾਹਰਨ ਦਿੱਤੀ, ਉੱਥੇ ਵੱਖ-ਵੱਖ ਤਰ੍ਹਾਂ ਦੇ ਪੰਛੀ ਹੁੰਦੇ ਨੇ ਤੇ ਸਾਰਿਆਂ ਦੇ ਇਕੱਠ ਨਾਲ ਹੀ ਉਹ ਦਰਖਤ ਸ਼ੋਭਦਾ ਨਾ, ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਨਾਲ, ਚਾਹੇ ਕਾਂ ਹੈ ਤੇ ਚਾਹੇ ਕੋਈ ਚਿੜੀ ਉੱਥੇ। ਸੋ ਤੁਸੀਂ ਜਿਹੜੀ ਗੱਲ ਤੋਂ ਤੁਸੀਂ ਇਹ ਬਚ ਰਹੇ ਹੋ ਵੀ ਮੈਨੂੰ ਕੋਈ ਟੋਕੇ ਵੀ ਨਾ, ਮੈਂ ਰਿਸਰਚ ਕਰਾਂਗਾ, ਮੈਨੂੰ ਕੋਈ ਇਦਾਂ ਵੀ ਨਾ ਕਵੇ, ਰਾਜਨੀਤੀ ਨਾ ਆਵੇ ਵਿੱਚ, ਤਾਂ ਤੁਹਾਡੀ ਉਮਰ ਛੋਟੀ ਜੀ ਹੈ, ਤੁਸੀਂ 15 ਸਾਲ ਦੇ ਹੋ ਲਗਭਗ। ਜਿੰਨਾ ਤੁਸੀਂ ਸੂਝ-ਬੂਝ ਰੱਖਦੇ ਹੋ, ਸਮਝ ਰੱਖਦੇ ਹੋ, ਤੇ ਇਹ ਕਿਤੇ ਨਾ ਕਿਤੇ ਫਿਰ ਤੁਸੀਂ ਆਪਣੇ ਵਿਚਾਰ ਆਪਣੇ ਆਪ ਨਾਲ ਹੀ ਤੁਸੀਂ ਸੋਚ ਰਹੇ ਹੋ ਵੀ ਜੇ ਮੈਂ ਇਸ ਤਰ੍ਹਾਂ ਹੋਇਆ ਤਾਂ ਇਦਾਂ ਹੋ ਜੇ। ਸਾਡਾ ਤਾਂ ਕੋਈ ਕਸੂਰ ਨਹੀਂ, ਲੋਕਾਂ ਦਾ ਤਾਂ ਕੋਈ ਕਸੂਰ, ਅਸੀਂ ਤਾਂ ਰਹਿ ਜਾਾਂਗੇ ਨਾ ਜੇ ਤੁਸੀਂ ਅਜਿਹਾ ਨਹੀਂ ਕਰਦੇ, ਤੁਹਾਨੂੰ ਕਿਸੇ ਨਾਲ ਤਾਂ ਜਾਣਾ ਹੀ ਪਏਗਾ। ਇਹਦਾ ਇੱਕ ਮਤਲਬ ਇੱਕ ਇਹ ਹੈ ਕਿ ਹੁਣ ਜਿਵੇਂ ਮੈਂ ਗੱਲ ਕੀਤੀ ਕਿ ਰਾਜਸ਼ਾਹੀ ਸੱਤਾ ਦਾ ਪ੍ਰਭਾਵ, ਕਿਉਂਕਿ ਜਦੋਂ ਅਸੀਂ ਇਤਿਹਾਸ ਲਿਖ ਰਹੇ ਹੁੰਦੇ ਹਾਂ ਤੇ ਉਹਦੇ ਵਿੱਚ ਨਾ ਰਾਜਸ਼ਾਹੀ ਸੱਤਾ ਦਾ ਪ੍ਰਭਾਵ ਹੁੰਦਾ। ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਕੁਛ ਰਾਜਸ਼ਾਹੀ ਪਾਰਟੀਆਂ ਦੇ ਅਧੀਨ ਹੋ ਕੇ ਜੇਕਰ ਅਸੀਂ ਇਤਿਹਾਸ ਲਿਖਾਂਗੇ ਤੇ ਉਹਨਾਂ ਦਾ ਪ੍ਰਭਾਵ ਸਾਡੇ ਵਿੱਚ ਪਏਗਾ। ਤੇ ਮੈਂ ਨਹੀਂ ਚਾਹੁੰਦਾ ਕਿ ਇਤਿਹਾਸ ਦੇ ਵਿੱਚ ਕਿਸੇ ਵੀ ਰਾਜਸ਼ਾਹੀ ਸੱਤਾ ਦਾ ਪ੍ਰਭਾਵ ਪਏ। ਸਾਡੀ ਰਾਜਸ਼ਾਹੀ ਸੱਤਾ ਮੀਰੀ ਪੀਰੀ ਹੈ। ਤੇ ਮੈਂ ਗੱਲ ਕਹਾਂਗਾ ਕਿ ਇਤਿਹਾਸ ਦੇ ਵਿੱਚ ਮੀਰੀ ਪੀਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੱਕ, ਮਹਾਰਾਜਾ ਰਣਜੀਤ ਸਿੰਘ ਜੀ ਤੱਕ ਜਿੰਨੇ ਵੀ ਰਾਜਸ਼ਾਹੀ ਸੱਤਾ ਉਹਨਾਂ ਦਾ ਪ੍ਰਭਾਵ ਪੈਣਾ ਬਿਲਕੁਲ ਜਾਇਜ਼ ਹੈ। ਲੇਕਿਨ ਮੈਂ ਗੱਲ ਕਰਾਂ ਗੈਰ ਸਿੱਖ ਰਾਜਨੀਤੀ ਦਾ ਪ੍ਰਭਾਵ ਸਾਡੇ ਸਿੱਖ ਇਤਿਹਾਸ ਤੇ ਪਵੇ, ਮੈਂ ਉਹਦੇ ਲਈ ਬਿਲਕੁਲ ਵੀ ਮਨਜ਼ੂਰ ਨਹੀਂ ਹਾਂ। ਤੇ ਤੁਸੀਂ ਮੈਨੂੰ ਦੱਸੋ ਕਿ ਅੱਜ ਕਿਹੜੀ ਸਿੱਖ ਰਾਜਨੀਤੀ, ਤੁਸੀਂ ਕਿਸ ਨੂੰ ਸਿੱਖ ਰਾਜਨੀਤੀ ਮੰਨਦੇ ਹੋ ਜਿਸ ਦੇ ਅਧੀਨ ਹੋ ਕੇ ਅਸੀਂ ਕੰਮ ਕਰੀਏ? ਕੋਈ ਹੈ ਤੁਹਾਡੇ ਮੁਤਾਬਕ, ਤੁਹਾਡੀ ਅੱਖਾਂ ਦੇ ਵਿੱਚ, ਕਿ ਜਿਸ ਨੂੰ ਅਸੀਂ ਸਟੀਕ ਸਿੱਖ ਇਤਿਹਾਸ ਦੀ ਰਾਜਨੀਤਿਕ ਪਾਰਟੀ ਦੇ ਵਜੋਂ ਆਖ ਸਕੀਏ ਵੀ ਇਹ ਸਿੱਖ ਰਾਜਨੀਤੀ ਦੀ ਮੁੱਖ ਪਾਰਟੀ ਹੈ? ਖੈਰ ਅੱਜ ਸਿੱਖ ਇਤਿਹਾਸ ਦੇ ਵਿੱਚ ਜੇਕਰ ਮੈਂ ਗੱਲ ਕਰਾਂ, ਮੈਂ ਤੁਹਾਨੂੰ ਰਾਜਨੀਤੀ ਦਾ ਹਿੱਸਾ ਕਿਹਾ ਸੀ, ਇੱਕ ਤੇ ਹੁੰਦਾ ਕਿ ਦੋ ਬੁਲਾਰੇ ਬੋਲ ਰਹੇ ਨੇ ਤੇ ਉਹਦੇ ਵਿੱਚ ਇੱਕ ਤੀਜਾ ਬੁਲਾਰਾ ਐਂਟਰ ਹੋ ਜਾਣਾ। ਮੈਂ ਉਸ ਤੀਜੇ ਬੁਲਾਰੇ ਵਜੋਂ ਐਂਟਰ ਨਹੀਂ ਹੋਣਾ ਚਾਹੁੰਦਾ। ਮੈਂ ਚਾਹੁੰਦਾ ਕਿ ਜੇਕਰ ਸਿੱਖ ਇਤਿਹਾਸ ਹੈ ਤੇ ਸਿੱਖ ਇਤਿਹਾਸ ਦੀ ਜਿਹੜੀ ਐਡਾ ਵਿਸ਼ਾਲ ਸਿੱਖ ਇਤਿਹਾਸ ਦੇ ਸਰੋਤ ਨੇ ਸਾਡੇ, ਉਸ ਨੂੰ ਸੰਭਾਲਿਆ ਜਾਵੇ। ਲੇਕਿਨ ਇਹ ਨਾ ਹੋਵੇ ਕਿ ਇੱਥੇ ਸੰਭਾਲਦੇ ਜਿਹੜੇ ਦੋ ਬੁਲਾਰਿਆਂ ਦੇ ਅੰਡਰ ਕੰਮ ਕਰਨ ਦੇ ਬਜਾਏ ਅਸੀਂ ਤੀਜੇ ਬੁਲਾਰੇ ਬਣ ਕੇ ਉਹਨਾਂ ਦੇ ਬਰਾਬਰ ਹੀ ਬੈਠ ਜਾਈਏ ਤੇ ਆਪਣੇ ਇਤਿਹਾਸ ਨੂੰ ਖਰਾਬ ਕਰੀਏ। ਜੀ, ਪਿਛਲੇ ਦਿਨੀ ਇੱਕ ਵੀਡੀਓ ਵੇਖੀ ਬੱਚੇ ਦੀ ਉਮਰ ਲਗਭਗ 13-14 ਸਾਲ ਹੈ ਤੇ ਉਹਨਾਂ ਨੇ ਦਮਦਮੀ ਟਕਸਾਲ ਭਿੰਡਰਾ ਮਹਿਤਾ ਤੋਂ, ਉੱਥੋਂ ਉਹਨਾਂ ਨੇ ਸਾਰੀ ਜਿਹੜੀ ਸਿੱਖਿਆ ਲਈ ਹੈ ਤੇ ਗੁਰਬਾਣੀ ਦਾ ਉੱਥੋਂ ਹੀ ਉਹ ਸਾਰਾ ਜਿੰਨਾ ਉਹਨਾਂ ਨੂੰ ਪੱਲੇ ਉਹਨਾਂ ਦੇ ਪਿਆ ਜਾਂ ਬਹੁਤ ਹੀ ਸੋਹਣੀ ਸੂਝ-ਬੂਝ ਹੈ ਉਹਨਾਂ ਦੀ। ਚਾਹੇ ਉਹ ਬਾਬਾ ਹਰਨਾਮ ਸਿੰਘ ਧੁੰਮਾ ਉਹਨਾਂ ਦਾ ਜ਼ਿਕਰ ਕਰ ਰਹੇ ਸਨ, ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਡੇ ਸਤਿਕਾਰਯੋਗ ਨੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੇ, ਤੇ ਬਹੁਤ ਹੀ ਉੱਚੀ ਪਦਵੀ ਹੈ, ਬਹੁਤ ਮਾਣ ਵਾਲੀ ਗੱਲ ਹੈ ਸਾਡੀ ਕਿ ਜਿਹੜੀ ਬਹੁਤ ਚੰਗੀਆਂ ਰੂਹਾਂ ਜਿਹੜੀਆਂ ਨੇ ਅਗਵਾਈ ਕਰ ਰਹੀਆਂ ਨੇ ਕੌਮ ਦੀ। ਤਾਂ ਉੱਥੇ ਜਿਹੜੇ ਸਾਧੂ ਸੰਤ ਮਹਾਤਮਾ ਨੇ, ਰਾਗੀ ਢਾਡੀ ਨੇ, ਜਦੋਂ ਇਹਨਾਂ ਸਾਰਿਆਂ ਦਾ ਸੁਮੇਲ ਹੋਵੇਗਾ ਤਾਂ ਉਦੋਂ ਹੀ ਸਿੱਖ ਕੌਮ ਤਾਂ ਆਪਣਾ ਕੁਝ ਵੱਖਰਾ ਕਰ ਸਕਦੀ। ਤੁਸੀਂ ਕਿਹਾ ਵੀ ਗੈਰ ਸਿੱਖ ਰਾਜਨੀਤੀ ਨਹੀਂ ਮੈਨੂੰ ਪਸੰਦ, ਸਿੱਖ ਰਾਜਨੀਤੀ ਪਸੰਦ ਹੈ, ਇਹ ਗੱਲ ਸਹੀ ਹੈ, ਪਰ ਇਹ ਤਾਂ ਸੰਗਤ ਨੇ ਵੇਖਣਾ ਨਾ ਵੀ ਉਹ ਕਿਸ ਤਰ੍ਹਾਂ ਹੈ। ਪਰ ਜੇ ਅਸੀਂ ਉਸ ਚੀਜ਼ ਨੂੰ ਉਡੀਕਦੇ ਰਹੀਏ ਤਾਂ ਅਸੀਂ ਤੁਹਾਡੇ ਵਰਗੇ ਜਿਹੜੇ ਗੁਰਸਿੱਖ ਨੇ, ਜਿਹੜੀ ਬੜਾ ਮਹਾਨ ਘਾਲਣਾ ਤੁਹਾਡੀ ਹੋ ਸਕਦਾ ਹੈ, ਜਿਹੜੇ ਅਜੇ ਵੀ ਸਾਡੇ ਦਰਸ਼ਕ ਜਿਹੜੇ ਵੇਖ ਰਹੇ ਨੇ, ਹੋ ਸਕਦਾ ਹੈ ਭਾਈ ਸਿਮਰ ਸਿੰਘ ਹੋਰਾਂ ਬਾਰੇ ਘੱਟ ਜਾਣਦੇ ਹੋਣ। 11 ਵਿਸ਼ਵ ਰਿਕਾਰਡ ਇਹਨਾਂ ਦੇ ਨਾਮ ਨੇ, 15 ਸਾਲ ਦੀ ਉਮਰ ਤੱਕ ਪਹੁੰਚਦਾ। 11 ਵਿਸ਼ਵ ਰਿਕਾਰਡ ਛੋਟੀ ਜੀ ਗੱਲ ਨਹੀਂ ਹੁੰਦੀ, ਸ਼ਾਇਦ ਉਮਰਾਂ ਬੀਤ ਜਾਂਦੀਆਂ ਨੇ, ਕਿਸੇ ਨੂੰ ਇੱਕ ਵਿਸ਼ਵ ਰਿਕਾਰਡ ਵੀ ਨਹੀਂ ਨਸੀਬ ਹੁੰਦਾ, ਤੇ ਇਹਨਾਂ ਨੇ 11 ਨਸੀਬ ਨੇ, ਇਹਨਾਂ ਦੇ ਭਾਗਾਂ ਦੇ ਵਿੱਚ ਨੇ। ਗੁਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ ਹੈ, ਸੈਯਦ ਪਰਿਵਾਰ ਹੈ, ਮੁਸਲਿਮ ਪਰਿਵਾਰ ਦੇ ਵਿੱਚੋਂ ਅੱਗੇ ਦੇ ਅੱਗੇ ਇਹਨਾਂ ਦਾ ਜਿਹੜਾ ਵੰਸ਼ ਚੱਲਦਾ ਜਾ ਰਿਹਾ ਹੈ, ਤੇ ਇਹ ਭਾਗਾਂ ਵਾਲੇ ਨੇ। ਇਹਨਾਂ ਦੇ ਜਿਹੜੇ ਪੁਰਖੇ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਸਿੱਖ ਕੌਮ ਦੇ ਜਿਨ੍ਹਾਂ ਨੇ ਨੀਂਹ ਰੱਖੀ ਸਿੱਖੀ ਦੀ, ਉਹਨਾਂ ਦੀ ਜਿਹੜੀ ਮੱਕੇ ਫੇਰੀ ਸੀ ਉਸ ਦਾ ਜਿਹੜਾ ਹਾਲ ਪੂਰਾ ਸਬੂਤ ਸਮੇਤ ਇਹਨਾਂ ਦਾ ਪਰਿਵਾਰ ਚੰਗੀ ਤਰ੍ਹਾਂ ਉਹ ਜਾਣਦਾ। ਜਿਹੜੇ ਕਹਿੰਦੇ ਨੇ ਮੱਕੇ ਦੀ ਯਾਤਰਾ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਦੀ ਉਸ ਉਦਾਸੀ ਦੇ ਉੱਪਰ ਕਈ ਤਰ੍ਹਾਂ ਦੀਆਂ ਵਿਚਾਰ ਆਉਂਦੇ ਨੇ, ਹਰੇਕ ਦਾ ਹੱਕ ਹੈ ਕਿ ਉਹ ਆਪਣੇ ਢੰਗ ਨਾਲ ਗੱਲਬਾਤ ਕਰਦਾ ਹੈ, ਤੇ ਪਰ ਇਹਨਾਂ ਦੇ ਜਿਹੜੇ ਉਹ ਪੁਰਖੇ ਸਨ, ਮੈਂ ਤੁਹਾਡੇ ਤੋਂ ਨਾ ਸੰਖੇਪ 'ਚ ਉਹ ਵੀ ਜਾਣਨਾ ਚਾਹਾਂਗਾ। ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜਿਹੜੇ ਤੁਹਾਡੇ ਵੱਡੇ ਪੁਰਖੇ ਨੇ ਕਿਹੜੇ ਮਿਲੇ ਸਨ ਮੱਕੇ, ਤੇ ਜਦੋਂ ਉੱਥੇ ਲਿਖਤ ਜਿਹੜੀ ਉਹ ਦਰਜ ਹੋਈ ਹੈ, ਜਿਹੜੀ ਹੁਣ ਵੀ ਪਈ ਹੈ ਉੱਥੇ ਸਬੂਤ? ਜ਼ਰੂਰ। ਹੁਣ ਜਿਵੇਂ ਤੁਸੀਂ ਗੱਲ ਪਹਿਲੀ, ਮੈਂ ਉਹਦਾ ਜਵਾਬ ਦੇ ਦੇਵਾਂ ਕਿ ਤੁਸੀਂ ਗੱਲ ਕਹੀ ਵੀ ਉਹਦਾ ਵੇਟ, ਤੇ ਮੈਂ ਤਾਂ ਇੱਕੋ ਗੱਲ ਫਿਰ ਪਹਿਲਾਂ ਵੀ ਕਹੀ ਸੀ ਕਿ ਗੁਰਬਾਣੀ ਕਹਿੰਦੀ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ, ਤੇ ਅਸੀਂ ਜਿਹੜੇ ਇੱਕ ਮੁੱਠ ਹੋ ਕੇ ਸਾਰੇ ਆਪਣੀ ਕੌਮ ਦੀ ਨੁਮਾਇੰਦਗੀ ਕਰੀਏ। ਲੇਕਿਨ ਉਹਦੇ ਵਿੱਚ ਜਦੋਂ ਹੁੰਦਾ ਨਾ ਕਿ ਇੱਕ ਪਾਰਟੀ ਦਾ ਪ੍ਰਭਾਵ ਹੁੰਦਾ 40% ਤੇ ਦੂਜੇ ਦਾ 60%, ਤੇ ਜਿਹੜੀ ਬਹੁਮਤ ਹੈ ਉਹਦੇ ਜਿਹੜੀ ਘੱਟ ਗਿਣਤੀ ਦੇ ਉੱਪਰ ਆਪਣਾ ਪ੍ਰਭਾਵ ਜਮਾਉਣ ਦੀ ਕੋਸ਼ਿਸ਼ ਕਰਦੀ ਹੈ। ਤੇ ਮੈਂ ਚਾਹੁੰਦਾ ਕਿ ਸਿੱਖ ਇਤਿਹਾਸ ਦੇ ਵਿੱਚ ਉਹ ਸਿਚੁਏਸ਼ਨ ਨਾ ਆਏ, ਅਸੀਂ ਸਾਰੇ ਇੱਕ ਬਰਾਬਰ
ਇੱਕ ਮੁੱਠ ਹੋ ਕੇ, ਮਤਲਬ ਇੱਕ ਸਟੇਜ ਦੇ ਬਰਾਬਰੀ ਦੇ ਤੌਰ ਤੇ। ਕੋਈ ਇਹ ਨਾ ਹੋਵੇ ਵੀ ਉਹ ਇਤਿਹਾਸਕਾਰ ਜੇ ਫਾਰਸੀ ਜਾਣਦਾ ਤੇ ਉਸ ਨੂੰ ਗੁਰਮੁਖੀ ਦੀ ਸਮਝ ਨਹੀਂ ਹੈ ਤੇ ਅਸੀਂ ਉਸ ਨੂੰ ਬਾਹਰ ਕੱਢ ਦਈਏ ਟੀਮ ਚੋਂ। ਸਾਰੇ ਇੱਕ ਲੈਵਲ ਤੇ ਆ ਕੇ ਅਸੀਂ ਖੋਜ ਕਰੀਏ, ਆਪਣੀ ਆਪਸੀ ਦਵੈਸ਼ ਜਿਹੜੀ ਇੱਕ ਦੂਜੇ ਤੋਂ ਨਫ਼ਰਤ ਹੈ ਉਹ ਛੱਡੀਏ ਤੇ ਇੱਕ ਸਟੇਜ ਦੇ ਆ ਕੇ ਇਕੱਠੇ ਹੋਈਏ। ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਭਾਵੇਂ ਉਹ DSGMC ਹੋਵੇ, ਭਾਵੇਂ ਕੋਈ ਵੀ ਸਿੱਖ ਜਥੇਬੰਦੀ ਹੋਵੇ, ਕੋਈ ਵੀ ਇਹੋ ਜਿਹਾ ਉਪਰਾਲਾ ਕਰੇਗੀ ਤੇ ਸਾਡੇ ਵਰਗੇ ਜਿਹੜੇ ਇਤਿਹਾਸਕਾਰ ਨੇ ਉਹ ਜੁੜਨ ਦੇ ਲਈ ਹਮੇਸ਼ਾ ਤਿਆਰ ਰਹਿਣਗੇ। ਬਟ ਉਹਦੇ ਵਿੱਚ ਜਿਹੜਾ ਇੱਕ ਰਾਜਸ਼ਾਹੀ ਮਤਲਬ ਸੱਤਾ, ਕਿ ਅਸੀਂ ਇਤਿਹਾਸ ਦੀ ਗੱਲ ਕਰਾਂਗੇ ਜੋ ਸਾਡਾ ਇਤਿਹਾਸ ਕਹਿ ਰਿਹਾ, ਉਹ ਗੱਲ ਨਹੀਂ ਕਰਾਂਗੇ ਜੋ ਉਸ ਸਮੇਂ ਦੀ ਰਾਜਸ਼ਾਹੀ ਸੱਤਾ ਕਹਿ ਰਹੀ ਹੈ ਵੀ ਇਹ ਲਿਖੋ। ਅਸੀਂ ਉਹਨਾਂ ਦੇ ਕਹੇ ਤੇ ਕੁਝ ਵੀ ਨਹੀਂ ਲਿਖਣਾ, ਅਸੀਂ ਉਹ ਲਿਖਣਾ ਜੋ ਸਾਡਾ ਇਤਿਹਾਸ ਕਹਿ ਰਿਹਾ। ਜੀ ਜੀ। ਤੇ ਜਿਹੜੀ ਮੱਕੇ ਦੀ ਫੇਰੀ ਦੀ ਗੱਲ ਸੀ, ਮੱਕੇ ਦੀ ਫੇਰੀ ਦੀ ਤੁਸੀਂ ਗੱਲ ਕੀਤੀ ਕਿ ਵੀ ਸਾਡੇ ਕੋਲ ਇਤਿਹਾਸ ਦੇ ਸਰੋਤ ਨੇ, ਸਾਡੇ ਪਰਿਵਾਰ ਨੇ ਲੱਭੇ ਜਿਹੜੇ ਕਿ ਉਹ ਜਿਹੜੇ ਇਤਿਹਾਸ ਦੇ ਸਰੋਤਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਮੱਕੇ ਮਦੀਨੇ ਗਏ। ਤੇ ਉਹਦੇ ਵਿੱਚੋਂ ਮੈਂ ਗੱਲ ਜ਼ਿਕਰ ਕਰ ਦੇਵਾਂ ਕਿ ਸਾਡੇ ਵਿੱਚ ਸਭ ਤੋਂ ਪੁਰਾਤਨ ਸਰੋਤ ਜਨਮ ਸਾਖੀਆਂ ਨੇ, ਤੇ ਉਸ ਤੋਂ ਪੁਰਾਣੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਆਈ ਵਿਟਨੈਸ ਅਕਾਊਂਟ ਹੈ, ਜਿਹੜਾ ਇੱਕ ਸ਼ਖਸ ਹੋਇਆ ਸੀ ਤਾਜੁਦੀਨ ਨਕਸ਼ਬੰਦੀ। ਤਾਜੁਦੀਨ ਨਕਸ਼ਬੰਦੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜਿੰਨੇ ਵੀ ਸਾਲ ਰਿਹਾ, ਉਸਨੇ 2 ਸਾਲ ਦਾ ਲਗਭਗ ਸਫ਼ਰ ਕੀਤਾ ਤੇ 2 ਸਾਲ ਦੇ ਸਫ਼ਰ ਦੇ ਵਿੱਚ ਉਸਨੇ ਸੰਪੂਰਨ ਤੌਰ ਤੇ ਲਿਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਕੁਝ ਅਰਬ ਦੀ ਫੇਰੀ ਦੇ ਉੱਪਰ ਕੀਤਾ, ਜਾਂ ਫਿਰ ਸਿੱਖ ਪੰਥ ਦੇ ਪਹਿਲੇ ਸ਼ਹੀਦ ਕਾਜ਼ੀ ਰੁਕਨਦੀਨ ਦੀ ਗੱਲ ਆ ਲਈ ਉਸ ਦਾ ਵੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਸ ਦੇ ਵਿੱਚ ਜਦੋਂ ਉਹਨਾਂ ਨੇ ਆਈ ਵਿਟਨੈਸ ਅਕਾਊਂਟ ਮੇਨਟੇਨ ਕੀਤਾ, ਉਹ ਆਈ ਵਿਟਨੈਸ ਅਕਾਊਂਟ ਉਹਨਾਂ ਨੇ ਮਦੀਨੇ ਦੇ ਮਦਰਸੇ ਦੇ ਵਿੱਚ ਜਮ੍ਹਾਂ ਕਰ ਦਿੱਤਾ ਸੀ। ਤੇ ਇੱਧਰੋਂ ਜਿਹੜੇ ਸਈਦਾਨਾ ਖਾਨਦਾਨ ਦੇ ਮੀਰਪੁਰ ਦੇ ਵਸਨੀਕ ਸੀ ਸੈਯਦ ਮੁਸ਼ਤਾਕ ਹੁਸੈਨ ਸ਼ਾਹ, ਉਹ ਆਪਣੇ ਅੱਬੂ ਦੇ ਨਾਲ ਹੱਜ ਤੇ ਜਾਂਦੇ ਨੇ ਤੇ ਜਿਹੜੀ ਉਹਨਾਂ ਦੀ ਮੌਲਵੀ ਦੀ ਪੜ੍ਹਾਈ ਹੈ ਉਹ ਉੱਥੇ ਮਦੀਨੇ ਕਰ ਰਹੇ ਹੁੰਦੇ ਨੇ। ਤੇ ਉਹੀ ਲਿਖਤ ਜਿਹੜੀ ਉਹਨਾਂ ਨੂੰ ਮਿਲਦੀ ਹੈ, ਜਿਹੜੀ ਕਿ ਤਾਜੁਦੀਨ ਨਕਸ਼ਬੰਦੀ ਨੇ ਲਿਖੀ, ਉਸ ਲਿਖਤ ਤੋਂ ਪ੍ਰਭਾਵਿਤ ਹੋ ਕੇ ਉਹ ਸਿੱਖ ਸਜਦੇ ਨੇ, ਜਿਨ੍ਹਾਂ ਦਾ ਨਾਮ ਪਿਆ ਸੰਤ ਸਈਦ ਪ੍ਰਿਥੀਪਾਲ ਸਿੰਘ। ਇਹ ਉਹਨਾਂ ਦਾ ਬਰੀਫ ਦੇ ਵਿੱਚ ਹੈ। ਆਪਾਂ ਫਿਰ ਇਸ ਵਿਸ਼ੇ ਉੱਪਰ ਕਦੀ ਵਿਸਥਾਰਪੂਰਵਕ ਚਰਚਾ ਕਰਾਂਗੇ ਕਿ ਉਹ ਕੀ ਇਤਿਹਾਸ ਹੈ। ਲੇਕਿਨ ਉਹ ਜਿਹੜੇ ਸੰਤ ਸਈਦ ਪ੍ਰਿਥੀਪਾਲ ਸਿੰਘ ਜੀ ਸੀ, ਉਹ ਜਿਹੜਾ ਓਰੀਜਨਲ ਆਈ ਵਿਟਨੈਸ ਅਕਾਊਂਟ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ, ਉਹ ਲੱਭ ਕੇ ਲੈ ਕੇ ਆਏ ਸੀ ਮਦੀਨੇ ਦੇ ਵਿੱਚੋਂ। ਤੇ ਉਸ ਤੋਂ ਬਾਅਦ ਉਹ ਸਿੱਖ ਸੰਪੂਰਨ ਸਿੱਖ ਸੱਜ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਜੀ। ਤੇ ਇੱਕ ਸਵਾਲ ਹੋਰ, ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਜੀ ਹੋਰਾਂ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ, ਉਸ ਵਕਤ ਜਿਹੜਾ ਖੰਡਾ ਸੀ, ਜਿਹੜੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਸੁਸ਼ੋਭਿਤ ਨੇ, ਤੇ ਉਹ ਤੁਹਾਡੇ ਵੱਡੇ ਪੁਰਖੇ ਜਿਹੜੇ ਨੇ, ਤੁਹਾਡੇ ਉਹ ਪੜਦਾਦਾ ਜੀ ਸਨ ਜਿਹੜੇ ਲੰਡਨ ਤੋਂ ਲੈ ਕੇ ਆਏ ਨੇ ਉਸ ਨੂੰ। ਤੇ ਅਸੀਂ ਉਹ ਫੋਟੋਆਂ ਮੜੇ ਦੇਖਣੀਆਂ ਚਾਹਾਂਗੇ। ਤੇ ਇਹ ਤਸਵੀਰਾਂ ਨੇ ਇਹਨਾਂ ਦੇ ਪੜਦਾਦਾ ਜੀ ਦੀਆਂ, ਭਾਈ ਸਿਮਰ ਸਿੰਘ ਜੀ ਉਹਨਾਂ ਦੀਆਂ, ਲੰਡਨ ਦੇ 에ਅਰਪੋਰਟ ਤੇ। ਤੇ ਥੋੜੀ ਜਿਹੀ ਇਹਨਾਂ ਬਾਰੇ ਹੋਰ ਡਿਟੇਲ ਆਪਾਂ ਇਹਨਾਂ ਤੋਂ ਹੀ ਜਾਣਾਂਗੇ, ਕਿਉਂਕਿ ਬਹੁਤ ਹੀ ਬਿਰਧ ਅਵਸਥਾ ਦੇ ਵਿੱਚ ਨੇ। ਤੇ ਦੱਸ ਦਈਏ ਕਿ ਇਹਨਾਂ ਦੀ ਛਪਾਈ ਦਾ, ਇਹਨਾਂ ਦੀ ਪ੍ਰਿੰਟਿੰਗ ਦਾ ਸਾਰਾ ਕੰਮ ਜਿਹੜਾ ਉਹ ਨਵੇਂ ਸਿਰੇ ਤੋਂ ਹੋ ਰਿਹਾ। ਤੇ ਇਸ ਦੇ ਵਿੱਚ ਪੁਰਾਤਨ ਬਹੁਤ ਹੀ ਪੁਰਾਣੀ ਹੈ, ਮਤਲਬ ਇਸ ਦੇ ਵਿੱਚ ਕੀਮਤੀ ਜਿਹੜਾ ਖਜ਼ਾਨਾ ਹੈ ਇਹਨਾਂ ਦੇ ਕੋਲ। ਤੇ ਸਿਮਰ ਸਿੰਘ ਜੀ, ਇਹ ਜਿਹੜੀ ਲੰਡਨ ਦੇ 에ਅਰਪੋਰਟ ਵਾਲੀ ਹੈ ਤੇ ਜਿਹੜਾ ਉਹ ਖੰਡਾ ਹੈ ਖਾਲਸਾ ਸਾਜਨਾ ਦਿਵਸ ਵਾਲਾ, ਮੈਂ ਆਪ ਜੀ ਨੂੰ ਜ਼ਿਕਰ ਕਰਦਾ ਕਿ ਜਦੋਂ ਸ਼ਹੀਦ ਪ੍ਰਿਥੀਪਾਲ ਸਿੰਘ ਹੋਰੀ ਆਪਣੀ ਯੂਕੇ ਫੇਰੀ ਤੇ ਜਾਂਦੇ ਨੇ, ਤੇ ਉੱਥੇ ਜਿਹੜਾ ਅੰਮ੍ਰਿਤ ਸੰਚਾਰ ਕੀਤਾ ਉਸੇ ਖੰਡੇ ਦੇ ਥਰੂ ਕੀਤਾ, ਗੁਰੂ ਗੋਬਿੰਦ ਸਿੰਘ ਜੀ ਵੱਲੇ ਖੰਡੇ ਦੇ ਥਰੂ ਉਹ ਖੰਡਾ ਯੂਜ਼ ਕੀਤਾ ਗਿਆ ਸੀ ਅੰਮ੍ਰਿਤ ਸੰਚਾਰ ਵੇਲੇ। ਤੇ ਉਹ ਜਿਹੜਾ ਖੰਡਾ ਜੀ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਹੈ। ਤੇ 1967 ਦੇ ਵਿੱਚ ਜਿਹੜੇ ਸ਼ਸਤਰ ਆਏ, ਉਹ ਵੀ ਸ਼ਸਤਰ ਉਹ ਲੈ ਕੇ ਆਏ ਸੀ ਉੱਥੋਂ ਯੂਕੇ ਤੋਂ, ਜਦੋਂ ਆਏ ਨਾ ਲਾਲ ਬਹਾਦਰ ਸ਼ਾਸਤਰੀ ਵੇਲੇ। ਉਹਨਾਂ ਦੇ ਵਿੱਚ ਵੀ ਸਈਦ ਪ੍ਰਿਥੀਪਾਲ ਸਿੰਘ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਸੀ। ਤੇ ਜਦੋਂ ਮੈਂ ਗੱਲ ਕਰ ਰਿਹਾ ਸਿੰਘ ਸਭਾ ਸਾਊਥ ਹਾਲ, ਜਿਹੜਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਪੂਰੇ ਯੂਰਪ ਦਾ, ਸਾਊਥ ਹਾਲ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਉਹ ਵੀ ਜਿਹੜਾ ਸਈਦ ਪ੍ਰਿਥੀਪਾਲ ਸਿੰਘ ਹੋਰਾਂ ਨੇ ਉੱਥੋਂ ਦਾ ਨਿਰਮਾਣ ਕੀਤਾ ਸੀ। ਤੇ ਉਦੋਂ ਜਿਹੜਾ ਅੰਮ੍ਰਿਤ ਸੰਚਾਰ ਹੋਇਆ, ਉਹਦੇ ਵਿੱਚੋਂ ਖੰਡਾ ਉੱਥੇ ਦਾ ਇਸਤੇਮਾਲ ਕੀਤਾ ਗਿਆ ਸੀ। ਉਸ ਖੰਡੇ ਦੀ ਉੱਥੇ ਵਰਤੋਂ ਕੀਤੀ ਗਈ ਸੀ ਜਦੋਂ ਅੰਮ੍ਰਿਤ ਸੰਚਾਰ ਕੀਤਾ ਗਿਆ ਉਸ ਗੁਰਦੁਆਰੇ ਆਏ ਸੀ ਯੂਕੇ ਤੋਂ। ਮਤਲਬ ਖੰਡਾ ਸਾਹਿਬ ਇੱਥੋਂ ਲੈ ਕੇ ਗਏ ਸਨ ਅੰਮ੍ਰਿਤ ਸੰਚਾਰ ਲਈ, ਤੇ ਜਦੋਂ ਉੱਥੋਂ ਵਾਪਸ ਆਏ ਨੇ ਤੇ ਜਿਹੜੇ ਹੋਰ ਸ਼ਸਤਰ ਉੱਥੇ ਪਏ ਸਨ ਉਹਨਾਂ ਨੂੰ ਇੱਧਰ ਲਿਆਂਦਾ, ਉਹ ਨਾਲ ਆਏ ਸੀ। ਇਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗ। ਇਸ ਗੱਲ ਬਾਰੇ ਪੁਰਾਤਨ ਜਿਹੜੇ ਅਖਬਾਰ ਨੇ ਮੈਂ ਜ਼ਿਕਰ ਕਰ ਦਵਾਂ ਕਿ ਬਹੁਤ ਸਾਰੇ ਇਤਿਹਾਸਕ ਅਖਬਾਰ ਸਾਡੇ ਕੋਲ ਇੰਗਲਿਸ਼ ਦੇ ਅਖਬਾਰ ਨੇ, ਤੇ ਇਹਨਾਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ ਜਦੋਂ ਗੁਰਦੁਆਰਾ ਸਾਹਿਬ ਬਣਿਆ, ਸੁਸ਼ੋਭਿਤ ਹੋਇਆ, ਤੇ ਉੱਥੇ ਕੀ ਕੁਝ ਹੋਇਆ। ਤੇ ਕਹਿਣ ਤੋਂ ਭਾਵ ਕਿ ਨਾ ਹੋ ਜਾਵੇ ਕੋਈ ਚੀਜ਼। ਜੀ ਜੀ, ਤੇ ਕੋਈ ਗੱਲ ਨਹੀਂ, ਤੁਸੀਂ ਕਹਿਣ ਤੋਂ ਭਾਵ ਕਿ ਜਿਹੜੇ ਇਤਿਹਾਸ ਦੇ ਸਰੋਤ ਨੇ, ਹੁਣ ਜਿਵੇਂ ਪੁਰਾਤਨ ਸਾਡੇ ਕੋਲ ਅਖਬਾਰ ਨੇ 1960 ਦੇ, ਇਹ ਵੀ ਤਾਂ ਇਹ ਨੇ ਬਾਬਾ ਸੰਤ ਬਾਬਾ ਪ੍ਰਿਥੀਪਾਲ ਸਿੰਘ ਜੀ ਸੈਯਦ, ਉਹਨਾਂ ਦੇ ਜੀਵਨ ਤੇ ਇੱਕ ਝਾਤ ਹੈ। ਤੇ ਇਹ ਪਟਿਆਲੇ ਤੋਂ ਛਪਦਾ ਸੀ, ਗੈਰਤ ਮੈਗਜ਼ੀਨ ਜਾਂ ਅਖਬਾਰ। 6 ਸਤੰਬਰ 1970 ਦਾ ਇਹ, ਤੇ ਲਗਭਗ 52 ਸਾਲ ਪੁਰਾਣਾ ਇਹ ਅਖਬਾਰ ਹੈ ਜਿਹੜਾ ਆਪਣੇ ਹੱਥ 'ਚ ਇਸ ਵਕਤ। ਤੇ ਇੱਕ ਵਾਰੀ ਫੇਰ ਸੰਗਤ ਨੂੰ ਦਿਖਾ ਦੇਵਾਂ। ਤੇ
ਕਹਿਣ ਤੋਂ ਭਾਵ ਕਿ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਾਰੇ ਸਰੋਤ ਨੇ, ਲੇਕਿਨ ਇੱਕ ਵਿਸ਼ਾ ਹੈ ਕਿ ਜਦ ਤੱਕ ਸਾਡੇ ਸਾਰੇ ਇਤਿਹਾਸਕਾਰ ਮਿਲ ਕੇ ਇੱਕ ਵਿਸ਼ੇ ਦੇ ਉੱਪਰ ਖੋਜ ਨਹੀਂ ਕਰਦੇ, ਉਸ ਤੱਕ ਮੈਨੂੰ ਨਹੀਂ ਲੱਗਦਾ ਕਿ ਮੈਂ ਚਲੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਏ ਅਸੀਂ ਸਕਸੈਸਫੁਲ ਵੀ ਹੋਵਾਂਗੇ। ਲੇਕਿਨ ਜਦੋਂ ਮੈਂ ਬੇਨਤੀ ਕਰਾਂ ਕਿ ਸਾਡੇ ਸਾਰੇ ਇਤਿਹਾਸਕਾਰ, ਹੋ ਸਕਦਾ ਹੈ ਕਈ ਗਲਤੀਆਂ ਮੇਰੇ ਤੋਂ ਵੀ ਹੋਈਆਂ ਹੋਣ, ਹੋ ਸਕਦਾ ਕਈ ਗਲਤੀਆਂ ਹੋਰ ਇਤਿਹਾਸਕਾਰ ਵੀ ਕਰਦੇ ਹੋਣ, ਲੇਕਿਨ ਜਦ ਤੱਕ ਅਸੀਂ ਤੁਰਨਾ ਹੀ ਨਹੀਂ ਤੇ ਗਲਤੀਆਂ ਕਿੱਥੋਂ ਹੋਣਗੀਆਂ। ਜਦੋਂ ਅਸੀਂ ਕਲਮ ਚੁੱਕਾਂਗੇ, ਗਲਤ ਤਾਂ ਹੀ ਲਿਖਿਆ ਜਾਏਗਾ ਜੇ ਅਸੀਂ ਚੁੱਕਾਂਗੇ, ਸਹੀ ਵੀ ਤਾਂ ਹੀ ਲਿਖਿਆ ਜਾਏਗਾ ਜੇ ਅਸੀਂ ਚੁੱਕਾਂਗੇ। ਉਹ ਖੈਰ ਵੱਖਰੀ ਗੱਲ ਹੈ। ਜਦੋਂ ਤੱਕ ਅਸੀਂ ਚੁੱਕਣਾ ਹੀ ਨਹੀਂ, ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਬੰਦਾ ਗਲਤ ਕਰੇਗਾ ਜਾਂ ਸਹੀ ਕਰੇਗਾ। ਸਾਨੂੰ ਇੱਕਮਿਕ ਹੋ ਕੇ ਕੰਮ ਕਰਨਾ ਜ਼ਰੂਰੀ ਹੈ, ਭਾਵੇਂ ਉਹ ਗਲਤ ਹੋਵੇ ਸਹੀ ਹੋਵੇ, ਉਹ ਬਾਅਦ ਦਾ ਵਿਸ਼ਾ। ਕਿ ਜਦੋਂ ਅਸੀਂ ਸਾਰੇ ਇਕਮੁੱਠ ਹੋ ਕੇ ਬੈਠਦੇ ਹਾਂ, ਇੱਕ ਲੈਵਲ ਦੇ ਉੱਪਰ ਬੈਠਦੇ ਹਾਂ, ਇੱਕ ਮੰਚ ਦੇ ਉੱਪਰ ਬੈਠਦੇ ਹਾਂ, ਤੇ ਉਦੋਂ ਸਾਰਿਆਂ ਦੇ ਵਿਚਾਰ, ਆਪਸੀ ਵਿਚਾਰ ਜਿਹੜੇ ਨੇ ਉਹ ਇੱਕ ਫੁਲਵਾੜੀ ਦੇ ਰੂਪ, ਕਿਉਂਕਿ ਅਲੱਗ-ਅਲੱਗ ਫੁੱਲ ਹੁੰਦੇ ਨੇ, ਲੇਕਿਨ ਜਦੋਂ ਫੁਲਵਾੜੀ ਦੇ ਰੂਪ 'ਚ ਸਾਹਮਣੇ ਆਉਂਦਾ ਉਹ ਜ਼ਿਆਦਾ ਖੂਬਸੂਰਤ ਲੱਗਦਾ ਹੈ। ਤੇ ਸਾਡੇ ਸਾਰੇ ਇਤਿਹਾਸਕਾਰ, ਜੇਕਰ ਇਸ ਵਿਸ਼ੇ ਦੇ ਉੱਪਰ ਵੀ ਆਪ ਜੀ ਨੇ ਜਿੰਨੇ ਵੀ ਹੋਰ ਵਿਸ਼ਿਆਂ ਦੇ ਉੱਪਰ ਗੱਲ ਕੀਤੀ, ਜੇਕਰ ਉਹ ਸਾਰੇ ਵਿਸ਼ਿਆਂ ਦੇ ਉੱਪਰ ਗੱਲਬਾਤ ਇਕੱਠੇ ਬੈਠ ਕੇ ਕੀਤੀ ਜਾਵੇ ਤੇ ਮੇਰੇ ਮੁਤਾਬਕ ਉਹ ਜ਼ਿਆਦਾ ਵਧੀਆ ਰਹੇਗਾ ਜੀ। ਤੇ ਇੱਕ ਸਾਡੇ ਜਿੰਨੇ ਵੀ ਦਰਸ਼ਕ ਨੇ ਪਿਆਰੇ, ਉਹ ਵੇਖ ਰਹੇ ਨੇ, ਇਹ ਕਿਰਪਾਨ ਸਾਹਿਬ 300 ਸਾਲ ਪੁਰਾਣੀ ਹੈ, ਇਸ ਤੋਂ ਹੀ ਵਧੇਰੇ ਸਮਾਂ ਪੁਰਾਣੀ ਹੈ। ਭਾਈ ਮਣੀ ਸਿੰਘ ਜੀ ਹੋਰਾਂ ਦੀ, ਤੇ ਸੋਨੇ ਜਿਹੜਾ ਇਹਦੇ ਮੁੱਠੇ ਨੇ, ਤੇ ਇੱਕ ਭਾਈ ਮਣੀ ਸਿੰਘ ਜੀ ਹੋਰਾਂ ਦੀ ਇਹ ਕਿਰਪਾਨ ਵੇਖਦੇ ਆ। ਭਾਈ ਸਿਮਰ ਸਿੰਘ ਜੀ ਹੈ ਨਾ, ਇਹ ਵੀ ਇੱਕ ਕਾਫੀ ਜ਼ਿਆਦਾ ਸੋਚਣ ਵਾਲੀ ਗੱਲ ਹੈ। ਇਹਦੇ ਵਿੱਚ ਲਚਕਾ ਵੀ ਹੈ, ਤੇ ਇੱਥੇ ਜਗ੍ਹਾ ਘੱਟ ਹੈ ਬਹੁਤ, ਮਤਲਬ ਕਿ ਫੜਨ ਲੱਗਿਆ ਬੜਾ ਵਧੀਆ ਲੱਗਦਾ। ਤੇ ਇਸ ਤਰ੍ਹਾਂ ਲੱਗਦਾ ਜਿਵੇਂ ਬਹੁਤ ਪ੍ਰੋਪਰ ਹੈ ਨਾ, ਬੜੀ ਗ੍ਰਿਪਿੰਗ ਬੜੀ ਉਹ ਹੈ। ਤੇ ਪਰ ਉਹਦਾ ਵੇਖਣ ਨੂੰ ਇਹ ਜਗ੍ਹਾ ਇਹਦੀ ਬਹੁਤ ਜ਼ਿਆਦਾ ਘੱਟ ਲੱਗ ਰਹੀ ਹੈ। ਤੇ ਭਾਈ ਸਿਮਰ ਸਿੰਘ ਜੀ, ਤੁਸੀਂ ਕਾਫੀ ਕੀਮਤੀ ਸਮਾਂ ਜਿਹੜਾ ਆਪਣਾ, ਤੁਹਾਡੇ ਸਕੂਲ ਤੋਂ ਅਸੀਂ ਤੁਹਾਨੂੰ ਉਡੀਕ ਰਹੇ ਸਾਂ, ਤੇ ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤੇ ਇਸ ਕਿਰਪਾਨ ਦਾ ਮੈਂ ਜ਼ਿਕਰ ਕਰਾਂ ਕਿ ਪੰਥ ਪ੍ਰਕਾਸ਼ ਦੇ ਵਿੱਚ ਇੱਕ ਇਤਿਹਾਸ ਦਾ ਬਹੁਤ ਵੱਡਾ ਵਿਸ਼ਾ, ਕਿ ਜਦੋਂ ਇਹ ਕਿਰਪਾਨ ਦਾ ਜ਼ਿਕਰ ਪੰਥ ਪ੍ਰਕਾਸ਼ ਦੇ ਵਿੱਚ ਵੀ ਗਿਆਨੀ ਗਿਆਨ ਸਿੰਘ ਗੁਰੀ ਕਰਦੇ ਨੇ, ਤੇ ਇਹਦਾ ਜਿਹੜਾ ਮੈਂ ਦਿਖਾਣੀ ਚਾਹਾਂਗਾ ਸੰਗਤਾਂ ਨੂੰ ਜੀ। ਇਹ ਵੇਖੋ, ਨੀਚੋਂ ਦੀ ਇੱਕ ਧਾਰ ਹੈ ਤੇ ਉੱਪਰ ਆ ਕੇ ਦੋ ਧਾਰਾਂ ਹੋ ਜਾਂਦੀਆਂ ਨੇ। ਅੱਛਾ, ਇਹ ਉੱਪਰੋਂ ਗੁਰਸਿੱਖੋ, ਇਹ ਦੋ ਪਾਸਿਆਂ ਤੋਂ ਹੀ ਤਿੱਖੀ ਹੈ, ਇੱਥੇ ਤੱਕ ਇੰਨੀ ਲਗਭਗ 1 ਫੁੱਟ ਦੀ ਲੰਬਾਈ, ਤੇ ਅੱਗੇ ਇੱਕ ਸਾਈਡ ਤੋਂ ਤਿੱਖੀ ਹੈ, ਕਿਉਂ ਪ੍ਰੋਪਰ ਸੋਨੇ ਦੀ ਮੀਨਾਕਾਰੀ ਹੋ ਰੱਖੀ ਹੈ। ਤੇ ਖੈਰ ਇਹ ਵੀ ਪ੍ਰੀਜ਼ਰਵ ਹੋਣੀ ਚਾਹੀਦੀ ਹੈ। ਮੈਂ ਇੱਕ ਬੇਨਤੀ ਜ਼ਰੂਰ ਸੰਗਤ ਨੂੰ ਕਰਾਂਗਾ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਇਤਿਹਾਸ ਦੇ ਵਿੱਚ ਇਹ ਵਿਸ਼ਾ ਜਾਂ ਉਹ ਵਿਸ਼ਾ, ਉਹਨਾਂ ਸਾਰੇ ਵਿਸ਼ਿਆਂ ਦੀ ਗੱਲ ਅਸੀਂ ਕਰ ਰਹੇ ਹਾਂ ਇਤਿਹਾਸਕ ਸਰੋਤ 'ਚੋਂ। ਕਿ ਵੀ ਅੱਜ ਜੇਕਰ ਮੈਂ ਗੱਲ ਕਰਤੀ ਵੀ ਇਹ ਕਿਰਪਾਨ ਉਹਦੀ ਹੈ ਜਾਂ ਇਤਿਹਾਸ ਉਹਦਾ ਹੈ, ਲੋਕ ਸੰਗਤ ਪੁੱਛਦੇ ਔਥੈਂਟੀਕੇਸ਼ਨ ਕੀ ਹੈ। ਔਥੈਂਟੀਕੇਸ਼ਨ ਦੇ ਲਈ ਅਸੀਂ ਪੁਰਾਤਨ ਸਰੋਤ ਦਿੰਦੇ ਹਾਂ ਸੰਗਤ ਨੂੰ। ਮੈਂ ਬੇਨਤੀ ਕਰਾਂਗਾ, ਅੱਜ ਸਾਡੇ ਪੁਰਾਤਨ ਸਰੋਤਾਂ ਦੇ ਉੱਪਰ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਹੈ। ਉਹ ਕਿਸ ਮੁਤਾਬਕ ਕੀਤਾ ਜਾ ਰਿਹਾ ਹੈ ਕਿ ਜਿੰਨੇ ਵੀ ਇਤਿਹਾਸ ਦੇ ਸਰੋਤ ਨੇ ਉਹ ਪ੍ਰੀਜ਼ਰਵਡ ਨਹੀਂ ਨੇ, ਡਿਜੀਟਲਾਈਜ਼ਡ ਪ੍ਰੋਪਰ ਤੌਰ 'ਤੇ ਨਹੀਂ ਹਨ। ਜੇਕਰ ਮੈਂ ਗੱਲ ਕਰਾਂ, ਅੱਜ ਬਹੁਤ ਵੱਡਾ ਮੁੱਦਾ ਉੱਠਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਛੇੜਛਾੜ ਦਾ, ਤੇ ਜਿਨ੍ਹਾਂ ਨੇ ਕੀਤੀ ਉਹ ਕਹਿੰਦੇ ਜੀ ਸਾਨੂੰ ਪੁਰਾਤਨ ਬੀੜਾਂ ਹੀ ਨਹੀਂ ਮਿਲਦੀਆਂ, ਜਦ ਕਿ ਪੁਰਾਤਨ ਬੀੜਾਂ ਜੇਕਰ ਮੈਂ ਗੱਲ ਕਰਾਂ ਗੁਜਰਾਤ ਦੇ ਵਿੱਚ, ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ, ਦਿੱਲੀ ਤੋਂ ਬਾਹਰ ਜੇਕਰ ਮੈਂ ਗੱਲ ਕਰਾਂ, ਹਜ਼ਾਰਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਸੋਨੇ ਦੀ ਮੀਨਾਕਾਰੀ ਵਾਲੀਆਂ ਹੱਥ ਲਿਖਤ ਬਹੁਤ ਖੂਬਸੂਰਤ ਬੀੜਾਂ ਨੇ, ਜਿਹੜੀਆਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਆ, ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਆ, ਜਿਹੜੀਆਂ ਉਹ ਬੀੜਾਂ ਮਿਲਦੀਆਂ ਨੇ, ਉਹ ਮਤਲਬ ਬਹੁਤ ਖਰਾਬ ਅਵਸਥਾ ਦੇ ਵਿੱਚ ਨੇ। ਕਹਿਣ ਤੋਂ ਭਾਵ ਕਿ ਉਹ ਪ੍ਰੀਜ਼ਰਵਡ ਨਹੀਂ ਨੇ, ਉਸ ਕਰਕੇ ਉਹ ਜਿਹੜੀਆਂ ਨੇ ਹੌਲੀ ਕਰਕੇ ਰਿਸੋਰਸਿਸ ਜਾਂ ਫਿਰ ਸਮੇਂ ਦੀ ਹੋਣ ਕਾਰਨ, ਘਾਟ ਹੋਣ ਕਾਰਨ, ਸਮੇਂ ਦੀ ਮਾਰ ਪੈਣ ਕਾਰਨ ਉਹ ਖਰਾਬ ਹੁੰਦੀਆਂ ਜਾ ਰਹੀਆਂ ਨੇ। ਤੇ ਜਦੋਂ ਮੈਂ ਗੱਲ ਕਹਾਂ ਕਿ ਜਦੋਂ ਸਾਡੇ ਆਉਣ ਵਾਲੀ ਪੀੜ੍ਹੀ ਜਵਾਬ ਮੰਗੇਗੀ ਤੇ ਅੱਜ ਅਸੀਂ ਕੀ ਮੂੰਹ ਦਿਖਾਉਣ ਜੋਗੇ ਹੋਵਾਂਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜਾਂ, ਬਾਕੀ ਇਤਿਹਾਸ ਦੇ ਸਰੋਤਾਂ ਛੱਡੋ, ਗੁਰੂ ਗ੍ਰੰਥ ਸਾਹਿਬ ਜੀ ਦੀ ਐਡੀਆਂ ਬੀੜਾਂ ਸਾਡੇ ਕੋਲ ਮੌਜੂਦ ਸੀ। ਅੱਜ ਅਸੀਂ ਬੇਅਦਬੀ ਤੇ ਤਾਂ ਸਵਾਲ ਚੁੱਕਦੇ ਹਾਂ, ਲੇਕਿਨ ਐਡੀਆਂ ਬੀੜਾਂ ਜਿਹੜੀਆਂ ਪ੍ਰੀਜ਼ਰਵ ਹੋਣ ਵਾਲੀਆਂ ਪਈਆਂ ਸਾਡੇ ਸਾਹਮਣੇ ਪਈਆਂ ਰਹੀਆਂ, ਅਸੀਂ ਪ੍ਰੀਜ਼ਰਵ ਜੇਕਰ ਤੁਹਾਡੇ ਕੋਲ ਕੋਈ ਵੀ ਪੁਰਾਤਨ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ, ਜਾਂ ਫਿਰ ਗੁਰਬਾਣੀ ਦੀ ਕੋਈ ਹੱਥ ਲਿਖਤ ਕੋਈ ਗੁਟਕਾ ਹੈ, ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੇ ਪੁਰਾਤਨ, ਤੇ ਘਰ ਦੇ ਵਿੱਚ ਪਏ ਨੇ, ਜਾਂ ਤੁਹਾਡੇ ਕੋਲ ਕੋਈ ਸਾਂਭ ਸੰਭਾਲ ਨਹੀਂ ਹੋ ਰਹੀ, ਤਾਂ